ਆਦਿ ਪੂਰਣੰ ਮਤ ਪੂਰਣੰ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸਰਾ। ਸਿਮਰੰਤ ਸੰਤ ਸਰਬਤਰ ਰਮਣੰ ਨਾਨਕ ਅਗਨਾਸਨ ਜਗਦੀਸਰ ਹੈ। ਹੁਣ ਜਿਆਦੇ ਤਾਂ ਸਤਨਾਮ ਵਾਹਿਗੁਰੂ ਬਾਅਦ ਚ ਬਈ ਇਉਂ ਆਖਣਾ ਚਾਹੀਦਾ, ਕਿਉਂ ਨਹੀਂ ਕਿਹਾ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਨਹੀਂ ਕਿਹਾ? ਤਰ੍ਹਾਂ ਤਰ੍ਹਾਂ ਦੇ ਹਰੀ ਓਮ ਕਿਉਂ ਨਹੀਂ ਆਖਿਆ ਹਟਦਿਆਂ? ਇਹ ਹੈ ਕਿ ਇਹ ਸਾਰਿਆਂ ਜਿਹੜੇ ਭਰਮ ਭ੍ਰਾਂਤੀਆਂ ਇਹ ਸਫਰਮਤਾ ਹੈ, ਇਹਨਾਂ ਦਾ ਨਾਂ ਸੰਸੇ ਹੈ। ਜਿਹੜਾ ਆਦ ਸ਼ੈਤਾਨ ਰੂਪ ਪੂਰਨ ਸਤਾ ਜਦੋਂ ਇਹ ਕਹਿ ਹੀ ਦਿੱਤਾ ਤੇ ਬਾਕੀ ਕੌਣ ਰਹਿ ਗਿਆ? ਹਰਿਓਮ ਰਹਿ ਗਿਆ ਕਿ ਵਾਹਿਗੁਰੂ ਜੀ ਕਾ ਖਾਲਸਾ ਰਹਿ ਗਿਆ? ਇਹ ਹੈ ਕਿ ਜਿਹਨੂੰ ਪਤਾ ਹੈ ਉਹ ਇਹੀ ਕਹਿੰਦੇ ਹੈ ਕਿ ਇੱਕ ਬੀਜ ਹੈ ਜਿਹੜਾ ਬੋੜ ਦਾ ਖਸਖਾਸ ਦੇ ਦਾਣੇ ਜਿੰਨਾ, ਕਿਤਨਾ ਵੱਡਾ ਇਹਦੇ ਅੰਦਰ ਬੋੜ ਸਮਾਇਆ। ਐਸੇ ਤਰ੍ਹਾਂ ਹੀ ਓਮਕਾਰ ਕਹਿ ਦੇਣਾ, ਪੂਰਨ ਸਤਾ ਦਾ ਜ਼ਿਕਰ ਕਰਨਾ, ਸਮਝ ਲਓ ਇਹਦੇ ਚ ਤਰਲੋਕੀ ਵਿਸ਼ਿਸ਼ਟ ਚੇਤਨ, ਮਾਇਆ ਵਿਸ਼ਿਸ਼ਟ ਚੇਤਨ ਇੰਨੇ ਵਾਕ ਦੇ ਅੰਦਰ ਬੀਜ ਵਾਂਗੂ ਸਮਾਇਆ ਹੋਇਆ। ਉਸੇ ਦਾ ਹੀ ਕਿਹਾ ਕਿ ਪੂਰਨ ਸਤਾ ਹੈ। ਤੋ ਭੁੱਲ ਭੁਲੇਖੇ ਨਾਲ ਮਨੁੱਖ ਟੁਕੜੇ ਟੁਕੜੇ ਕੁਛ ਕਹਿੰਦੇ ਆ ਵੀ ਹਰਿਓਮ ਆਖਿਆ ਜਾਵੇ, ਤਾਂ ਕੁਛ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਕਿਹਾ ਜਾਏ, ਕੁਛ ਕਹਿੰਦਾ ਸਤਨਾਮ ਕਿਹਾ ਜਾਏ। ਜਾਣੀ ਇਥੋਂ ਹੈ ਕਿ ਵੀ ਪੂਰਨ ਸਤਾ ਦਾ ਇਉਂ ਕਹਿਣ ਵਾਲਿਆਂ ਨੂੰ ਬੋਧ ਨਹੀਂਗਾ। ਜਿਹੜੀ ਪੂਰਨ ਸਤਾ ਹੈ, ਇੱਕ ਚੁਟਕੀ ਮਿੱਟੀ ਦੀ ਜਿਹੜੀ ਹੱਥ ਤੇ ਅਸੀਂ ਚੁੰਡੀ ਚ ਲੈ ਲਈਏ ਤਾਂ ਉਹ ਧਰਤੀ ਤੋਂ ਇਤਰ ਨਹੀਂਗੀ। ਧਰਤੀ ਹੀ ਤੁਹਾਡੀ ਚੁਟਕੀ ਦੇ ਵਿੱਚ ਆਈ ਹੋਈ ਹੈ। ਚੁਟਕੀ ਮਿੱਟੀ ਤੇ ਕੋਈ ਪੂਰੀ ਪਿਰਥਵੀ ਨਿਆਰੀ ਨਿਆਰੀ ਹੈ। ਸਾਨੂੰ ਇਸ ਗੱਲ ਦਾ ਦ੍ਰਿੜਤਾ ਕਰਨੀ ਚਾਹੀਏ ਵੀ ਜਿਹੜਿਆਂ ਸੰਤਾਂ ਨੂੰ ਕੋਈ ਭਰਮ ਭੁਲੇਖਾ ਨਹੀਂ ਸੀ, ਉਹ ਸੰਤ ਸਿੱਖ ਪੰਥ ਦੇ ਵਿੱਚ ਗੁਰੂ ਨਾਮ ਦੇ ਨਾਲ ਮਸ਼ਹੂਰ ਹੈ। ਤਾਂ ਜਿਹੜਿਆਂ ਸੰਤਾਂ ਨੂੰ ਭਰਮ ਭੁਲੇਖਾ ਨਹੀਂ ਸੀ, ਉਹਨਾਂ ਨੂੰ ਭਗਤ ਕਹਿ ਕੇ ਬੋਲਿਆ, ਉਹ ਵੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਉਹਨਾਂ ਨੇ ਕਿਸੇ ਨਾਮ ਤੇ ਨਹੀਂ ਬੱਝੇ, ਨਾ ਕਿਸੇ ਰੂਪ ਤੇ ਬੱਝੇ ਸੀ। ਉਹਨਾਂ ਨੂੰ ਸਰਵਣ ਕਰਨ ਵਾਲੇ, ਉਹਨਾਂ ਦੇ ਬਾਣੀ, ਉਹਨਾਂ ਦੇ ਸਿਧਾਂਤ, ਉਹਨਾਂ ਦੇ ਵਿਚਾਰ ਜੋ ਸਰਵਣ ਕਰਨ ਵਾਲੇ ਮਨੁੱਖ ਹਨ, ਇਹ ਪ੍ਰਸੰਨਤਾ में ਬੱਝੇ ਹੈ। ਪ੍ਰਸੰਨ ਭਿੰਨ ਭਿੰਨ में ਬੱਝਣ ਕਰਕੇ ਦੇਸ਼ ਦੁਨੀਆ ਦੇ ਵਿੱਚ ਵਾਦ ਵਿਵਾਦ ਹੋ ਰਿਹਾ।
ਅਗਰ ਪ੍ਰਸੰਨਤਾ ਤੋੜ ਦੇਣ ਤਾਂ ਵਾਦ ਕਰਨ ਵਾਲਾ ਤੇ ਜਿਹਦੇ ਨਾਲ ਕਰਨਾ ਇਹ ਕੋਈ ਦੋ ਹੈ। ਕਿਸ ਨਾਲ ਤਾਂ ਮੈਂ ਝਗੜਾ ਕਰਾਂ ਤੇ ਕਿਉਂ ਕਰਾਂ? ਆਪਣੇ ਆਪ ਨਾਲ ਕੋਈ ਝਗੜਦਾ ਨਹੀਂ, ਆਪਣੇ ਆਪ ਨਾਲ ਕੋਈ ਪੀੜਾ ਨਹੀਂ ਦਿੰਦਾ ਆਪਣੇ ਆਪ ਨੂੰ, ਆਪਣੇ ਆਪ ਨਾਲ ਕੋਈ ਹੇਰ ਫੇਰ ਨਹੀਂ ਕਰਦਾ, ਕਿਉਂ ਆਪਣਾ ਆਪਾ ਜਿਹੜਾ ਹੈ ਇਹ ਸਾਰਾ ਪਰਮ ਆਨੰਦ ਪਦ ਕਾ ਵਿਸ਼ਾ ਹੈ। ਅਸੀਂ ਪ੍ਰਤੇਕ ਮਾਨਵ ਸਰੀਰ ਨੂੰ ਮੱਖੀ ਮੱਛਰ ਤੋਂ ਹਾਥੀ ਘੋੜਾ ਮਾਨਵ ਦਾਨਵ ਬਰਮਾ ਆਦਿ ਇਹ ਸਾਰੇ ਆਪਣਾ ਆਪਾ ਜਦੋਂ ਮੰਨਾਂਗੇ ਨਾ ਤਾਂ ਦੇਸ਼ ਦੁਨੀਆ ਦੇ ਵਿੱਚ ਕਿਤੇ ਵੀ ਵਿਖਿਪਤਾ ਨਹੀਂ ਰਹੇਗੀ, ਕਿਤੇ ਵੀ ਪੀੜਾ ਨਹੀਂ ਦੇਗਾ ਕੋਈ ਕਿਸੇ ਨੂੰ। ਇਹ ਹੈ ਕਿ ਇਸੇ ਪੀੜਾ ਹਰਨ ਲਈ, ਨਾਨਾ ਪ੍ਰਕਾਰ ਦੇ ਭਰਮ ਕੱਟਣ ਲਈ ਇਹ ਗੁਰੂਆਂ ਨੇ ਸੰਤਾਂ ਨੇ ਬੜੇ ਬੜੇ ਆਪਣੇ ਅਨੁਭਵ ਲੇਖਣੀ ਦੇ ਵਿੱਚ ਲਿਆਂਦੇ। ਗੁਰੂ ਗ੍ਰੰਥ ਸਾਹਿਬ ਨਿਕਟ ਕਾਲ ਮੇ गीता भागवत कुरान बाइबल अंजील तबूद ਇਹ ਸੰਤ ਲੋਕਾਂ ਦੇ ਅਨੁਭਵ ਲਿਖੇ ਹੋਏ ਆ ਇਹਨਾਂ 'ਚ। ਉਹ ਸਾਨੂੰ ਫਿਰਕਿਆਂ 'ਚ ਵੱਜ ਕੇ ਉਹ ਜਿਹੜੇ ਸ੍ਰੇਸ਼ਟ ਅਨੁਭਵ ਸੀਗੇ ਸਾਨੂੰ ਲੋਕਾਂ ਨੂੰ ਉਹ ਚੰਗੇ ਨਹੀਂ ਲੱਗੇ ਵੀ ਨਹੀਂ ਜਿਹੜੇ ਮਹਾਨ ਪੁਰਸ਼ਾਂ ਨੇ ਇਹ ਰਚਨਾ ਰਚੀ ਹੈ ਉਹਨਾਂ ਦਾ ਕੋਈ ਗੋਝ ਅਭਿਪਰਾ ਪ੍ਰਗਟ ਕੀਤਾ, ਸਾਡੀ ਉਹਨਾਂ ਤੇ ਸ਼ਰਧਾ ਨਹੀਂ ਵੱਜਦੀ। ਜੇ ਸ਼ਰਧਾ ਵੱਜਦੀ ਹੋਵੇ ਤਾਂ ਕਿਸੇ ਵੀ ਗ੍ਰੰਥ ਕਿਸੇ ਵੀ ਫਿਰਕੇ ਦਾ ਸਾਨੂੰ ਉਹਨਾਂ ਚੋਂ ਅਸੀਂ ਸਿੱਖ ਭਾਈ ਕਹਿੰਦੇ ਆ ਵੀ ਬਾਣੀ ਉੱਤਮ ਹੈ। ਕੁਰਾਨ ਕਹਿੰਦਾ ਹੈ ਆਪਣੀ ਭਾਸ਼ਾ 'ਚ ਉਹ ਵੀ ਕਿਸੇ ਉੱਤਮ ਜੀ ਕਰਦਾ। ਗੀਤਾ ਭਾਗਵਤ ਆਤਮਾ ਜਣੀ ਜਿਨ੍ਹਾਂ ਦੇ ਆਤਮਾ ਆਦਿ ਨਾ ਹਨ ਉਹ ਸਤਾ ਨਿਆਰੀ ਨਿਆਰੀ ਨਹੀਂ ਗੀ, ਏਕ ਹੀ ਹੈ। ਸਮਝਣ ਵਾਲੇ ਜਿਹੜੇ ਲੋਕ ਹੈ ਉਹਨਾਂ ਦੇ ਵਿੱਚ ਤਾਂ ਕਸਰ ਹੈਗੀ ਹੈ। ਜਿਹੜੇ ਸਮਝਾਉਣ ਵਾਲੇ ਆ ਉਹਨਾਂ ਦੇ ਹਿਰਦੇ 'ਚ ਵੀ ਕਸਰ ਨਿਕਲੀ ਨਹੀਂ ਗਈ। ਜੇ ਕਿਤੇ ਕਸਰ ਜਿਹੜੀ ਹੈ ਅਵਿਦਿਆ ਦੀ ਰੇਖਾ ਹੈ, ਅਗਿਆਨ ਦੀ ਕੰਧ ਹੈ, ਜੇ ਕਿਤੇ ਸਾਫ਼ ਹੋ ਜਾਂਦੀ ਤਾਂ ਜਿਵੇਂ ਦੇਸ਼ ਦੁਨੀਆ 'ਚ ਅਡੰਬਰ ਹੁੰਦੇ ਆ ਇਹ ਕਦੇ ਵੀ ਨਾ ਹੁੰਦੇ। ਤਾਂ ਸਾਨੂੰ ਇਹ ਆਪਣੇ ਵੱਲ ਨੂੰ ਆਉਣਾ ਚਾਹੀਦਾ ਵੀ ਕੋਈ ਸਾਡੀ ਕਮਜ਼ੋਰੀ ਹੈ, ਅਸੀਂ ਲੋਕਾਂ ਨੂੰ ਸਮਝਾ ਨਹੀਂ ਸਕੇ। ਜਿਸ ਤਰ੍ਹਾਂ ਆਪਣਾ ਇਹ ਵਿਸ਼ਾ ਤਾਂ ਹੈ ਨਹੀਂ, ਪਰ ਫਿਰ ਵੀ ਦੇਸ਼ ਦੁਨੀਆ 'ਚ ਰਹਿੰਦੇ ਆ, ਕਈ ਗੱਲਾਂ ਬਾਤਾਂ ਕਰਨੀਆਂ ਪੈ ਜਾਂਦੀਆਂ। ਹੁਣ ਜਿਵੇਂ ਆ ਕਹਿੰਦੇ ਆ ਵੀ ਹਰਿਮੰਦਰ ਸਾਹਿਬ ਦੇ ਵਿੱਚ ਉਸ ਭਾਈ ਨੇ ਜਿਹੜਾ ਕੋਈ ਅਵਗਿਆ ਕਰਦਾ ਹੈ ਔਰ ਕੀਤੀ, ਲੋਕਾਂ ਨੇ ਇਸ ਗੱਲ ਦੀ ਪੀੜਾ ਮੰਨੀ ਔਰ ਹੁਣ ਵੀ ਸੁਣਦਾ ਪੀੜਾ ਮੰਨਦਾ। ਪਰ ਅਸੀਂ ਇਸ ਚੀਜ਼ ਨੂੰ ਵੇਖੀਏ
ਅਸੀਂ ਉਹਦੇ ਨਾਲ ਪੁੱਛ ਪੜਤਾਲ ਕੀਤੀ ਹੁੰਦੀ ਵੀ ਇਹ ਕਰਤੱਵ ਤੋਂ ਤੇਰਾ ਕੀ ਪ੍ਰਯੋਜਨ ਹੈ, ਤਾਂ ਇੱਥੋਂ ਪਤਾ ਲੱਗਦਾ ਵੀ ਅਸੀਂ ਇਹ ਆਪਣੇ ਚ ਲੈਣਾ ਹੈ ਵੀ ਜਨਤਾ ਜਿਹੜੀ ਹੈ, ਜਨਤਾ ਤਾਂ ਮੂਲ ਤੋਂ ਹੀ ਬੇਸਮਝ ਹੈ। ਕਿਉਂਕਿ ਜਦੋਂ ਇਹਦਾ ਉਪਾਦਾਨ ਹੈ ਅਵਿਦਿਆ ਗਿਆਨ ਹੈ, ਜਿਹੜੇ ਸਮਝਾਉਣ ਵਾਸਤੇ ਲਾਏ ਆ ਉਹਨਾਂ ਨੇ ਵੇਖਣਾ ਵੀ ਅਸੀਂ ਆਪਣਾ ਨੁਕਸ ਕੱਢਣਾ, ਕਿਸੇ ਆਮ ਲੋਕਾਂ ਨੂੰ ਸਮਝਾ ਨਹੀਂ ਸਕੇ ਵੀ ਬਾਣੀ ਦੇ ਵਿੱਚ ਦਵੈਸ਼ ਹੈ ਨਹੀਂ। ਉਹ ਹਰਫੀ ਲਿਖੀ ਹੈ ਜਿਹੜੀ, ਤਾਂ ਉਹਦੇ ਵਿੱਚ ਆ ਗਿਆ ਕਿ ਭਾਈਆਂ ਜਿੰਨੀ ਐਸ਼ ਹੈ ਨੇ ਬਾਣੀ ਚ ਦਵੈਸ਼ ਹੈ ਨਹੀਂ। ਬਾਣੀ ਚ ਦਵੈਸ਼ ਕਿੱਥੇ ਆ? ਤੇ ਐਸ਼ ਰਵਾਨ ਦੇ ਵਿੱਚ ਪੈ ਕੇ ਮਨੁੱਖ ਆਪਣੀ ਐਸ਼ ਦੇ ਮੰਗਰੀ ਪੂਰਤੀ ਲਈ ਲੱਗ ਗਿਆ। ਇਹ ਜਿਹੜੀ ਗੁਰਬਾਣੀ ਹੈ ਇਹ ਤਿਆਗੀਆਂ ਵੈਰਾਗੀ ਪੁਰਸ਼ਾਂ ਦੀ, ਤਤਵ ਗਿਆਨੀਆਂ ਦੀ ਹੈ। ਉਹਨਾਂ ਗੁਰੂਆਂ 'ਚ 3 ਲੱਛਣ ਪ੍ਰਗਟ, ਤਿਆਗੀ, ਵੈਰਾਗੀ ਔਰ ਤਤਵ ਗਿਆਨੀ। ਪਹਿਲਾਂ ਤਾਂ ਸਾਨੂੰ ਇਹ ਵੇਖਣਾ ਚਾਹੀਏ ਕਿ ਜਿਸ ਨੂੰ ਅਸੀਂ ਇਹ ਡਿਊਟੀ ਦਿੰਨੇ ਆ ਵੀ ਤੁਸੀਂ ਪ੍ਰਚਾਰ ਕਰੋ, ਤਾਂ ਪਹਿਲੀ ਤੋਂ ਬਾਤ ਇਹ ਹੈ ਵੀ ਇੱਕ ਇਤਿਹਾਸ ਹੈ, ਇੱਕ ਪਰਮਾਰਥ ਹੈ। ਦੋਨਾਂ ਨੂੰ ਤੋਲੋ। ਪਰਮਾਰਥ ਦਾ ਕੀ ਮਹੱਤ ਹੈ, ਇਤਿਹਾਸ ਦਾ ਕੀ ਮਹੱਤ ਹੈ। ਜੈਸੇ ਕਹੀਏ ਯੋਧਿਆਂ 'ਚ ਪੜ੍ਹੇ ਲਿਖੇ ਵੀ ਵਿਦਵਾਨ ਵੀ ਹੋ ਸਕਦੇ ਤੇ ਬਿਲਕੁਲ ਅਨਪੜ੍ਹ ਵੀ ਹੋ ਸਕਦੇ ਹੈ। ਇਹ ਕਰਮ ਵਿਦਿਆ ਕੇਵਲ ਸਥੂਲ ਸਰੀਰ ਦੀ ਕਰਤੱਵ ਕਿਰਿਆ ਹੈ। ਕਈ ਤਲਵਾਰਾਂ ਵਾਹਣ ਦੇ ਵਿੱਚ ਬਹਾਦਰ ਹੈ। ਇਸ ਲਈ ਵੇਖਣਾ ਹੈ ਕਿ ਜਿਹੜਾ ਪਰਮਾਰਥ ਹੈ ਇਹਦੇ ਚ ਤਤਵ ਗਿਆਨੀ ਹੀ ਇਕੱਲਾ ਆਉਂਦਾ, ਦੂਜੇ ਯੋਧੇ ਬਹਾਦਰ ਨਹੀਂ ਆਉਂਦੇ। ਇਸ ਵਾਸਤੇ ਅਸੀਂ ਵੇਖਣਾ ਹੈ ਕਿ ਜੇਕਰ ਅਸੀਂ ਪਰਮਾਰਥ ਨੂੰ ਮੂਹਰੇ ਰੱਖੀਏ ਤਾਂ ਇਤਿਹਾਸ ਪਿੱਛੇ ਚਲਿਆ ਜਾਂਦਾ ਹੈ। ਲੋਕਾਂ ਨੇ ਪਰਮਾਰਥ ਤ੍ਰੈ ਕਾਲ ਆਬਾਦ ਸਤਾ ਹੈ। ਇਤਿਹਾਸ ਘਟਨਾ ਪ੍ਰਧਾਨ ਉਦੋਂ ਬਣਦਾ ਜਦੋਂ ਕੋਈ ਘਟਨਾ ਹੋ ਜਾਂਦੀ ਹੈ, ਫਿਰ ਇਤਿਹਾਸ ਬਣਦਾ। ਪੁਰਾਣ ਸਿੱਖਿਆ ਪ੍ਰਧਾਨ ਹੈ, ਇਤਿਹਾਸ ਘਟਨਾ ਪ੍ਰਧਾਨ ਹੈ, ਔਰ ਜੋ ਵੇਦਾਂਤ ਹੈ ਇਹ ਤਤਵ ਪ੍ਰਧਾਨ ਹੈ। ਗੁਰਬਾਣੀ ਹੈ ਜਿਹੜੀ, ਇਹਦਾ ਤੇ ਵੇਦਾਂਤ ਦਾ ਸਮੇਲ ਹੈ। ਉਹ ਪਿੰਡਰਾਂ ਵਾਲਿਆਂ ਪੋਥੀ ਦੇ ਵਿੱਚ ਆਉਂਦਾ ਹੈ। ਉਹ ਸੰਤਾਂ ਨੂੰ ਇਹ ਪ੍ਰਸ਼ਨ ਕੀਤਾ ਸੀ ਵੀ ਗੁਰਬਾਣੀ ਹੈ ਜਿਹੜੀ ਇਹ ਵੇਦਾਂਤ ਅਨੁਸਾਰ ਹੈ ਕਿ ਨਹੀਂ, ਤਾਂ ਉਹ ਪੋਥੀ ਪੜ੍ਹ ਲਓ। ਉਹਨਾਂ ਨੇ ਵੀ ਟਾਲ ਮਟੋਲਾ ਕੀਤਾ ਕਿ ਨਾ ਵੇਦਾਂਤ ਅਨੁਸਾਰ ਹੈ ਨਾ ਵੇਦਾਂਤ ਤੋਂ ਬਾਹਰ ਹੈ, ਤਾਂ ਫਿਰ ਕੀ ਹੋਈ? ਇਹ ਹੈਗਾ, ਇਹ ਇੱਕ ਬਹੁਤ ਪਵਿੱਤਰ ਬਾਣੀ ਹੈ। ਇਹ ਉੱਥੇ ਠਹਿਰਦੀ ਹੈ ਜਿਹਦਾ ਹਿਰਦਾ ਪਵਿੱਤਰ ਹੈ। ਅਸੀਂ ਲੋਕ ਆ ਸੰਖਿਆ ਮਰ ਲਾ ਕੇ ਤੇ ਰੰਗ ਰੋਗਨ ਕਰਾ ਕੇ ਘਰ ਨੂੰ ਪਵਿੱਤਰ ਸਮਝ ਕੇ ਆਨੇ ਵੀ ਇੱਥੇ ਅਸੀਂ ਜੀ ਬਾਣੀ ਰਖਾਉਣੀ ਹੈ ਕਿ ਘਰ ਪਵਿੱਤਰ ਕੀਤਾ। ਜਿਹੜੇ ਬਾਣੀ ਦਾ ਉਪਦੇਸ਼ ਹੈ ਇਹ ਤੁਹਾਡੇ ਘਰ 'ਚ ਨਹੀਂ ਵੜਦਾ।
ਇਹ ਇੱਕ ਮਨੁੱਖ ਨੂੰ ਭੁਲੇਖਾ ਹੈ ਵੀ ਇੱਥੇ ਕੀਰਤਨ ਕਰਨਗੇ, ਇੱਥੇ ਸ਼ਬਦ ਚੌਂਕੀ ਬੋਲਣਗੇ, ਇੱਥੇ ਗੁਰਬਾਣੀ ਦਾ ਪਾਠ ਹੋਊਗਾ, ਇੱਥੇ ਬਾਣੀ ਦੀ ਵਿਆਖਿਆ ਵਿਚਾਰ ਹੋਊਗੀ। ਤਾਂ ਅਸੀਂ ਇਸ ਚੀਜ਼ ਨੂੰ ਲੈਣਾ ਹੈ, ਜੋ ਕੀਰਤਨ ਆਦਿ ਪਾਠ ਆਦਿ ਵਿਆਖਿਆ ਵਿਚਾਰ ਕੀਤਾ, ਕਿ ਇਹ ਤੁਹਾਡੇ ਘਰ ਦੇ ਵਿੱਚ ਠਹਿਰਿਆ। ਇਹ ਸਾਨੂੰ ਆਪ ਨੂੰ ਸਮਝ ਚਾਹੀਏ। ਆਪ ਨੂੰ ਸਮਝਿਆ ਤਾਂ ਅਸੀਂ ਦੂਜੇ ਨੂੰ ਸਮਝਾ ਸਕਦੇ ਹਾਂ। ਇਹ ਭੂਤਾ ਆਕਾਸ਼ ਹੈ ਜਿਹੜਾ, ਇਹਦੇ ਵਿੱਚ ਸ਼ਬਦ ਖੜਦਾ, ਅਸੀਂ ਬੈਖਰੀ ਬਾਣੀ ਬੋਲਦੇ ਹਾਂ। ਬੈਖਰੀ ਬਾਣੀ, ਜੇ ਤਾਂ ਤੁਹਾਡਾ ਘਰ ਪਵਿੱਤਰ ਹੈ, ਬਾਹਲਾ ਪਵਿੱਤਰ ਮੈਨਾ ਕਿ ਚੰਗਾ ਰੰਗ ਰੋਗਨ ਕਰਕੇ ਸਾਫ ਸੁਥਰਾ ਹੈ, ਤਾਂ ਤੁਹਾਡੀ ਬੋਲੀ ਹੋਈ ਬਾਣੀ ਪਰਤੀ ਤਨੋ ਕੇ ਕੰਧਾਂ ਨਾਲ ਟਕਰਾ ਕੇ ਇੱਕ ਮਿੱਥਿਆ ਸ਼ਬਦ ਕੱਢਦੀ ਆ। ਤੁਸੀਂ ਮੂੰਹ ਦੁਆਰਾ ਬੋਲਿਆ, ਕਿ ਤੁਸੀਂ ਮੂੰਹ ਦੁਆਰਾ ਉੱਚੀ ਦੇਣੇ ਬੋਲੋ ਕਿ ਲੱਡੂ, ਤਾਂ ਇਹ ਲੱਡੂ ਆਵਾਜ਼ ਹੈ ਜਿਹੜੀ ਤੁਹਾਡੇ ਘਰ ਦੇ ਕੰਧ ਨਾਲ ਰੰਗ ਰੋਗਨ ਹੋਇਆ, ਟਕਰਾ ਕੇ ਅੱਗੋਂ ਆਖੋਗੇ ਲੱਡੂ। ਉਹਨੇ ਤਾਂ ਰੱਖਿਆ ਹੀ ਨਹੀਂ, ਤੁਹਾਡਾ ਲੱਡੂ ਬੋਲਿਆ ਨਾ, ਤੁਹਾਡਾ ਵਾਹਿਗੁਰੂ ਬੋਲਿਆ ਰੱਖੇਗੀ ਦੁਬਾਰਾ ਨਾ, ਸਤਨਾਮ ਕੁਛ ਕਹਿ ਲੋ। ਤਾਂ ਫਿਰ ਇਹ ਕੀ ਕੀਤਾ ਜਾਵੇ? ਇਹਦੇ ਲਈ ਹੈ ਕਿ ਇਸ ਤੋਂ ਅੱਗੇ ਦੂਜਾ ਨੰਬਰ ਹੈ ਜਿਹਨੂੰ ਹਿਰਦੇ ਵਿਸ਼ਿਸ਼ਟਤਾ, ਜਿਹਨੂੰ ਹਿਰਦਾ ਕਰਿਆ ਹੈ ਇਹਨੂੰ ਸਾਫ਼ ਕਰੋ। ਜਿਵੇਂ ਬਾਹਰ ਘਰ 'ਚ ਗਲੀ ਕੂਚੀ ਕਰਾਈ ਹੈ, ਇਹਦੇ ਨਾਲ ਜਿਹੜਾ ਗੁਰਬਾਣੀ ਦਾ ਸ਼ਬਦ ਬੋਲਿਆ ਜਾਂਦਾ ਹੈ ਉਹਨੂੰ ਖੁਸ਼ੀ ਨਹੀਂ ਗਈ। ਕਿਉਂ? ਇਹਨੂੰ ਖੁਸ਼ੀ, ਇਹਨੂੰ ਵੇਖ ਕੇ ਖੁਸ਼ੀ ਹੈ ਜਿਹੜਿਆਂ ਤੁਸੀਂ ਭੈਣ ਭਾਈਆਂ ਨੂੰ ਸੱਦਿਆ, ਉਹਨਾਂ ਨੂੰ ਵੀ ਰੰਗ ਤਾਂ ਬਹੁਤ ਸੋਹਣਾ, ਐਸਾ ਵੈਸਾ। ਉਹ ਲੋਕ ਤੁਸੀਂ ਵੀ ਖੁਸ਼ ਹੈ ਔਰ ਆਏ ਗਏ ਭੈਣ ਭਾਈ ਵੀ ਖੁਸ਼ ਹੈ ਵੇਖ ਕੇ। ਪਰ ਜਿਹੜੇ ਬਾਣੀ ਬੋਲਦੇ ਹੈ ਉਹ ਇਹ ਕੰਧਾਂ ਦੀ ਸੁੰਦਰਤਾ ਤੇ ਕੰਦਰਦਾਂ ਦੇ ਖਲੇਪੜ ਲੈਂਦਿਆਂ ਦੇ ਨਾਲ ਨਾ ਨਾਰਾਜ਼ ਹੁੰਦੀ ਹੈ ਨਾ ਖੁਸ਼ ਹੁੰਦੀ ਹੈ। ਉਹਦੇ ਠਹਿਰਾਓ ਦਾ ਸਥਾਨ ਹੈ ਜਿਹੜਾ ਉਹ ਹਿਰਦਾ। ਕਰੋ ਹਿਰਦੇ ਨੂੰ ਪਵਿੱਤਰ। ਤਾਂ ਹੁਣ ਅਸੀਂ ਆਖਾਂਗੇ ਵੀ ਹਿਰਦਾ ਪਵਿੱਤਰ ਕਿਵੇਂ ਹੁੰਦਾ। ਪਹਿਲਾਂ ਇਹ ਲਓ ਕਿ ਹਿਰਦਾ ਮਲੀਨ ਕਿਵੇਂ ਹੁੰਦਾ। ਵੀ ਹਿਰਦਾ ਮਲੀਨ ਕਿਵੇਂ ਹੈ? ਮਲੀਨ ਚੀਜ਼ ਦੇ ਨਾਲ ਵੇਖੋ ਕੂੜਾ ਪਿਆ ਗਲੀ 'ਚ, ਤੇ ਕੂੜੇ ਦੇ ਕੱਖ ਤੀਲੇ ਆ ਜਿਹੜੇ ਕਾਗਜ਼ ਦੇ ਟੁਕੜੇ ਟਕੜੇ ਉਸ ਢੇਰੀ ਤੇ ਇਕੱਠੇ ਹੋਈ ਜਾਣਗੇ, ਕਿਉਂਕਿ ਉੱਥੇ ਪਹਿਲਾਂ ਮਲੀਨ ਪਿਆ। ਜਿਸ ਦੇ ਹਿਰਦੇ ਦੇ ਵਿੱਚ ਮਲੀਨਤਾ ਹੈ ਉਹਦਾ ਹਿਰਦਾ ਮਲੀਨ ਸੰਸਕਾਰਾਂ ਨੂੰ ਇਕੱਠਾ ਆਪਣੇ ਆਪ ਹੀ ਕਰ ਲੈਂਦਾ। ਤਾਂ ਅੱਗੇ ਅਸੀਂ ਇਹ ਲੈਣਾ ਹੈ ਵੇਦ ਵੇਦਾਂਤ ਉਪਨਿਸ਼ਦਾਂ ਭਾਗਵਤ ਗੀਤਾ ਗੁਰੂ ਗ੍ਰੰਥ ਸਾਹਿਬ ਇਹ ਪਵਿੱਤਰ ਹੈ ਕਿ ਮਲੀਨ ਆ? ਭਲਾ ਤੁਸੀਂ ਦੱਸੋ। ਤਾਂ ਫਿਰ ਸਾਡੇ ਇਹ ਵਿਚਾਰ ਹੋਏਗਾ ਬਈ ਇਹ ਤਾਂ ਪਵਿੱਤਰ ਹੈ। ਤੇ ਮਲੀਨ ਹਿਰਦੇ ਦੇ ਵਿੱਚ ਪਵਿੱਤਰ ਵਸਤੂ ਕਿਵੇਂ ਠਹਿਰੇਗੀ? ਤਾਂ ਇਹ ਪਵਿੱਤਰ ਹੋਣਾ ਚਾਹੀਏ ਤਾਂ ਬਾਣੀ ਹੈ ਕਿ ਇੰਨੇ ਸੁਣਦੇ ਆ ਕਿਸੇ ਤੇ ਅਸਰ ਕਿਉਂ ਨਹੀਂਗਾ? ਯਾਰ ਏਡੀ ਪਵਿੱਤਰ ਬਾਣੀ, ਪਵਿੱਤਰ ਵਿਚਾਰ ਮਲੀਨ ਥਾਂ ਖੜਦੀ ਹੈ।
ਤਾਂ ਇਹ ਹੈਗਾ ਸਾਨੂੰ ਸੂਝ ਤੋਂ ਕੰਮ ਲੈਣਾ ਚਾਹੀਏ, ਹਿਰਦਾ ਪਵਿੱਤਰ ਕਰਨਾ ਚਾਹੀਏ। ਤਾਂ ਹਿਰਦਾ ਪਵਿੱਤਰ ਤਾਂ ਹੀ ਕਰਾਂਗੇ ਅਸੀਂ ਕਿ ਸਾਨੂੰ ਇਹ ਪਤਾ ਲੱਗ ਜੇ ਕਿ ਇਹ ਮਲੀਨ ਕਿਵੇਂ ਹੈ। ਤਾਂ ਇੱਥੋਂ ਗੁਰੂਆਂ ਨੇ ਵੀ ਇਹਦੇ ਬਾਰੇ ਸਾਨੂੰ ਪੁਖਤਾ ਕਰਾਈ ਕਿ ਇੱਕ ਜਨਮ ਦੀ ਨਹੀਂ, ਪ੍ਰਤੇਕ ਸਰੀਰ ਬੈਠੇ ਜਿੰਨੇ, ਹਰੇਕ ਸਰੀਰ ਦੇ ਵਿੱਚ 7 ਜਨਮਾਂ ਦੇ ਸੰਸਕਾਰ ਹੈ। ਉਹਨਾਂ ਨੂੰ ਬਹੁਤ ਸੰਗਿਆ ਦੇਤੀ। ਆਖੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਓ। ਤਾਂ ਸਿਆਓ ਵਰਗੇ ਕਾਲੇ ਤੇ ਅੰਮ੍ਰਿਤਮਈ ਪਵਿੱਤਰ ਬਚਨ ਕਿਵੇਂ ਟਿਕਣਗੇ। ਤਾਂ ਅੰਤ ਨੂੰ ਇਹ ਹੈਗਾ ਕਿ ਮੈਂ ਬਾਣੀਆਂ ਪੜ੍ਹਦਾ ਜੀ, ਜਿਹੜੀ ਬਾਣੀ ਪੜ੍ਹਦਾ ਪੜ੍ਹ ਕੇ ਕੀ ਕਰਾਂਗਾ, ਇਹਦੇ ਹਿਰਦੇ ਤੇ ਟਿਕਦੀ ਨਹੀਂ ਉਹ ਮਲੀਨ ਤੇ। 100 ਬਾਣੀਆਂ ਪੜ੍ਹ ਲਾ, ਕਿਉਂ ਕਿ ਜਿੱਥੇ ਇਹਨੂੰ ਤੂੰ ਟਿਕਾਉਣਾ ਉਹ ਮਲੀਨ ਹੈ। ਪਵਿੱਤਰ ਵਸਤੂ ਦਾ ਤੇ ਮਲੀਨ ਵਸਤੂ ਦਾ ਆਪਸ ਵਿੱਚ ਸੰਬੰਧ ਨਹੀਂ ਜੁੜਦਾ। तो फिर हरेक ਨੂੰ ਸੋਚਣਾ ਚਾਹੀਏ ਵੀ ਇਹ ਮਲੀਨਤਾ ਕੀ ਹੈ ਜੀ। ਇਹ ਮਲੀਨਤਾ ਜਿਹੜੀ ਹੈ ਇਹ ਰਾਗ ਔਰ ਦੁਆਇਸ਼, ਇਹਨਾਂ ਦਾ ਮੂਲ ਅਗਿਆਨ। ਇਹ 3 ਚੀਜ਼ਾਂ ਨੂੰ ਦੂਰ ਕਰ। ਦਾੜੀ ਮੁੱਛ ਵਾਲੇ ਨਾਲ ਤੁਹਾਡੇ ਕੋਲੇ ਕੁਰਸੀਆਂ ਖਾਲੀ ਵੀ ਪਈਆਂ, ਕੋਈ ਦਾੜੀ ਮੁੱਛ ਵਾਲਾ ਆ ਜੇ, ਪਗੜੀ ਬੱਦੀ ਹੋਵੇ, ਤਾਂ ਅਸੀਂ ਕੀ ਕਹਾਂਗੇ ਵੀ ਆਜੋ 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 ਭਾਈ ਸਾਹਿਬ ਜੀ, ਗਾਂ ਆਜੋ ਅਗਲੇ ਕੁਰਸੀ ਤੇ ਬਹਿ ਜਾਓ, ਕਿਉਂਕਿ ਇਹਦੇ ਨਾਲ ਰਾਗ ਹੈ। ਤੇ ਕੋਦਾਂ ਰੁਲਿਆ ਖੁਲਿਆ ਆ ਗਿਆ, ਉਹਨੂੰ ਅਸੀਂ ਐ ਨਹੀਂ ਆਖਾਂਗੇ ਗਾਂ ਆ ਜਾ, ਉਹ ਜਿੱਥੇ ਥਾਂ ਤੇ ਆਇਆ ਬਹਿ ਜਾਊਗਾ। ਵੀ ਇਹਨੂੰ ਕਿਉਂ ਨਾ ਕਿਹਾ ਤੁਸੀਂ ਵੀ ਆ ਜਾ ਬਾਈ ਜੀ, ਬਹਿ ਜਾ ਕੁਰਸੀ ਤੇ। ਇਹ ਹੋ ਗਿਆ ਕਿ ਕਿਸੇ ਖਾਸ ਵੇਸ ਭੂਸ਼ਾ ਨੂੰ ਲੈ ਕੇ ਸਾਡੇ ਹਿਰਦੇ 'ਚ ਰਾਗ ਤੇ ਦੁਆਇਸ਼ ਹੈ। ਇਹ ਰਾਗ ਦੁਆਇਸ਼ ਹੈ ਜਿਹੜਾ ਇਹ ਮਲੀਨ ਹੈ। ਤਾਂ ਇਹ ਕਿਵੇਂ ਹੈ? ਇਹ ਸੁਰਤੀ ਕਹਿੰਦੀ ਹੈ ਭਾਗਵਤੀ ਕਿ ਸਮਤੱਤ ਹੈ ਜਿਹੜਾ, ਜਿਹਦਾ ਗੁਰਬਾਣੀ ਪ੍ਰਤੀਪਾਦਨ ਕਰਦੀ ਹੈ। ਕੀ ਹੈ ਕਿ ਸਮਤੱਤਵ ਨਾ ਵਿਦਤੇ ਦੁਐਤ ਅਦਵੈਤ ਵਿਵਰਜਤਮ, ਜਿਹਦੇ ਚ ਨਾ ਦੁਐਤ ਨੂੰ ਥਾਂ ਹੈ ਨਾ ਆਦਵੈਤ ਨੂੰ ਥਾਂ ਹੈ, ਉਹ ਸਮਤੱਤ ਹੈ। ਸਾਨੂੰ ਪਹਿਲਾਂ ਤਾਂ ਇਹ ਹੀ ਨਹੀਂ ਪਤਾ। ਆ ਵੇਖੇ ਬਥੇਰੇ ਭਾਈ ਜੀ ਕਥਾ ਸੁਣਾਉਂਦੇ ਆ ਵੀ ਗੁਰਬਾਣੀ 'ਚ ਇਤਿਹਾਸ ਹੈ ਕੋਈ? ਹਰ ਨਾਮਾ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰ ਤੁਠੇ ਹਰ ਰੰਗ ਚਾੜਿਆ, ਫਿਰ ਬਾੜ ਨਾ ਹੋਵੀ ਭੰਗ। ਇਹ ਇਤਿਹਾਸ ਹੈ। ਦਇਆ ਕਰਨੰ ਦੁਖ ਹਰਣੰ, ਉਚਰਨ ਨਾਮ ਕੀਰਤਨੰ, ਦਿਆਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇਆ। ਇਹ ਇਤਿਹਾਸ, ਇਹਦੀ ਕਥਾ ਸੁਣਾਉਂਦੇ ਤੇ ਗੱਲਾਂ ਜਦੋਂ ਸੱਚੇ ਪਾਤਸ਼ਾਹ ਇੱਧਰ ਨੂੰ ਨੰਗੇ, ਜਦੋਂ ਐ ਨੰਗੇ ਹੋ ਭਲਿਓ ਆਦਮੀਆਂ, ਜਦੋਂ ਕਿਤੇ ਤੁਹਾਡੀ ਇਤਿਹਾਸ ਦੀ ਕਰਤੱਵ ਵਿਆਖਿਆ ਹੈ ਉਦੋਂ ਸੁਣਾਉਣਾ। ਇਹ ਗੁਰਬਾਣੀ ਦੇ ਵਿੱਚ ਤੁਸੀਂ ਕੀ ਸੁਣਾ ਰਹੇ ਆ? ਐਸ ਕਰਕੇ ਲੋਕਾਂ ਦੀ ਭਟਕਣਾ ਨਹੀਂ ਮਿਟੀ
ਗੁਰਬਾਣੀ ਦੇ ਮੂਹਰੇ ਰੱਖ ਕੇ ਰੁਮਾਲਾ ਲਾ ਕੇ ਤੇ ਬੋਲਦੇ ਲੈ ਵੀ ਭਾਈ ਜੀ ਵਾਕ ਲੈ। ਉਹ ਵਾਕ ਲੈਣ ਵਾਲਾ ਇਹ ਸੁਣਾਉਂਦਾ ਆਦ ਪੂਰਣੰ ਮਧ ਪੂਰਣੰ ਅੰਤ ਪੂਰਣੰ ਪਰਮੇਸ਼ਰ ਹੈ। ਨਾਲ ਮੇਰੇ ਵਰਗਾ ਕਥਾ ਵਾਲਾ ਬੈਠਾ, ਉਹਨੇ ਹੁਣ ਪੂਰਨ ਸਤਾ ਦੀ ਤਾਂ ਬਾਤ ਨਹੀਂ ਕੀਤੀ, ਇਧਰ ਸ਼ੁਰੂ ਕਰਤਾ। ਜਦੋਂ ਗੁਰੂ ਰਾਮਦਾਸ ਜੀ ਨੇ ਤਲਾਅ ਬਣਾਇਆ, ਜਦੋਂ ਐਸੇ ਬਣਾਇਆ ਵੀ ਤਲਾਅ ਦੀ ਕੋਈ ਸ਼ਬਦ ਆਇਆ ਵਿੱਚ, ਤੂੰ ਗੁਰਬਾਣੀ ਦੇ ਨਾਲ ਪਰਮਾਰਥ ਵੱਲ ਰਸਤੇ ਨੂੰ ਚੱਲ, ਇਤਿਹਾਸ ਫਰੋਲ ਦੇ। ਇਸ ਕਰਕੇ ਜਿਹੜੇ ਅਣਜਾਣ ਲੋਕ ਹੈ ਉਹ ਸਮਝਦੇ ਆ ਕਿ ਰਾਗ ਦੁਆਇਸ ਦੀਆਂ ਗੱਲਾਂ, ਕ੍ਰੋਧ ਦੀਆਂ ਗੱਲਾਂ, ਲੋਭ ਦੀਆਂ ਗੱਲਾਂ ਇਹ ਭਾਈ ਜੀ ਸੁਣਾ ਰਿਹਾ ਜਿਹੜਾ ਤਾਬਿਆ ਬੈਠ ਕੇ, ਅੱਛਾ ਇਹ ਬਾਣੀ ਦੇ ਵਿੱਚ ਹੈ। ਉਹਨਾਂ ਨੂੰ ਬਾਣੀ ਤੇ ਸੰਤੋਖ ਸ਼ਰਧਾ ਨਹੀਂ ਜੰਮਦੀ, ਕਿਉਂਕਿ ਬਾਣੀ ਦੇ ਤਾਬਿਆ ਬਹਿ ਕੇ ਇਹ ਗੱਲਾਂ ਕ੍ਰੋਧ ਦੀਆਂ ਸੁਣਾਉਂਦਾ, ਬਾਣੀ ਰੱਖ ਕੇ ਇਹ ਗੱਲਾਂ ਲੋਭ ਦੀਆਂ ਸੁਣਾਉਂਦਾ। ਤੇ ਸੁਣਨ ਵਾਲੇ 2000 ਬੰਦਾ ਬੈਠੇ ਐ ਵੰਨ ਸਵੰਨੇ, ਉਹਨਾਂ ਨੇ ਇਹ ਸਮਝ ਲਿਆ ਵੀ ਇਹ ਬਾਣੀ ਆਦੀ ਹੈ ਕਿਤੇ। ਤੇ ਬਾਣੀ 'ਚ ਉਹਨਾਂ ਨੂੰ ਸ਼ਰਧਾ ਥਿਰਤਾ ਕੈਸੇ ਜੰਮੇ, ਜਦੋਂ ਤੁਸੀਂ ਗੱਲਾਂ ਹੀ ਬਾਣੀ ਦੇ ਕੋਲੇ ਬਹਿ ਕੇ ਕ੍ਰੋਧ ਦੀਆਂ ਤੇ ਲੋਭ ਦੀਆਂ ਸੁਣਾ ਰਹੇ, ਜੋ ਇਹਦੇ ਵਿੱਚ ਹੈ ਹੀ ਨਹੀਂ। ਐਸ ਕਰਕੇ ਅਸੀਂ ਸਮਝਾਉਣ ਦੇ ਵਿੱਚ ਲੋਕਾਂ ਨੂੰ ਸਮਝਾ ਨਹੀਂ ਸਕੇ। ਲੋਕ ਸਮਝਣ ਨੂੰ ਤਿਆਰ ਹੈ ਜਦੋਂ ਅਸੀਂ ਸਮਝਾਉਣ ਵਾਲੇ ਦੇ ਹਿਰਦੇ ਦੇ ਵਿੱਚ ਹੀ ਰਾਗ ਔਰ ਦੁਆਇਸ਼ ਹੈ। ਹੁਣ ਮੈਨੂੰ ਲਾਤਾ ਜੀ ਗੁਰਦੁਆਰੇ ਕਥਾ ਕਰਨ, ਵੀ ਲਓ ਜੀ ਅੱਛਾ ਮੈਂ ਲੱਗ ਗਿਆ ਵੀ ਤੁਸੀਂ ਕਿਉਂ ਕਥਾ ਕਰਦੇ ਆ। ਪਹਿਲਾਂ ਕੀ ਕਰਦਾ ਸੀ ਮੈਂ ਨਾ ਆਪਣੇ ਤੇ ਲੈ ਲੈਣਾ, ਤੇਰਾ ਮੇਰੇ ਜੈਸੇ ਹੀ ਹਨ। ਅੱਛਾ ਜੀ ਪਹਿਲਾਂ ਕੀ ਕਰਦੇ ਸੀ? ਉਹ ਪਹਿਲਾਂ ਤੇ ਮਾੜਾ ਮੋਟਾ ਖੇਤੀਬਾੜੀ ਦਾ ਕਰਦੇ ਸੀ। ਅੱਛਾ ਖੇਤੀਬਾੜੀ ਵਾਲਾ ਜਿਹੜਾ ਛੋਟਾ ਕਿਸਾਨ ਹੈ ਉਹਦੀ ਤਾਂ ਭੁਗਤ ਨਹੀਂ ਭੁੱਲੀ ਰਹਿੰਦੀ, ਉਹ ਕਿਤੇ ਤਾਂ ਅਭਿਆਸ ਕਰਦਾ ਹੋਊ ਤੇ ਕਿਤੇ ਉਹ ਜਪ ਤਪ ਕਰਦਾ ਹੋਊ। ਤੇ ਲਾ ਦਿਓ ਜੀ ਬਾਦਲ ਸਾਹਿਬ ਦੀ ਫਰਮਾਸ ਤੇ ਇਹਨੂੰ ਰੱਖ ਦਿਓ ਗ੍ਰੰਥੀ, ਰੱਖਤਾ। ਉਧਰ ਕਾਲ ਤਖਤ ਵਾਲੇ ਦੀ ਫਰਮਾਇਸ਼ ਪਾ ਦਿਓ, ਇਹਨੂੰ ਲਾ ਦਿਓ ਕਥਾਕਾਰ, ਤਾਂ ਹੁਣ ਇਹ ਕਥਾ ਸੁਣਾਉਂਦਾ ਹੈ। ਉਹ ਕਿੱਥੇ ਜਿਨ੍ਹਾਂ ਦੀ ਕਥਾ ਸੁਣਾਉਣਾ ਉਹਨਾਂ ਨੇ ਕਿਤਨੀਆਂ ਸਾਧਨਾ ਸਾਧੀਆਂ। ਤੂੰ ਜੀਵਨ ਚ ਕਥਾ ਤਾਂ ਸੁਣਾ, ਪਰ ਪਿਛੋਕੜ ਜੀਵਨ ਲੈ ਵੀ ਕਈ ਵਾਰੇ ਤੂੰ ਪਿਛਲੇ ਜੀਵਨ ਚ ਕੀ ਕੀਤਾ। ਕਈ ਕਹਿੰਦੇ ਜੀ ਮੈਂ ਨੌਕਰੀ ਕਰਦਾ ਸੀ ਤੇ ਐਵੇਂ ਕੱਢਤਾ ਮੈਨੂੰ। ਜੇ ਕੱਢਿਆ ਨੌਕਰੀ ਚੋਂ ਕੋਈ ਦੋਸ਼ ਕਰਕੇ ਤੇ ਆ ਜਾਓ ਇਹਨੂੰ ਕਥਾ ਤੇ ਲਾ ਦਿੰਨੇ ਆ। ਇਹ ਨਾ ਕਰੋ, ਕਥਾ ਦਾ ਮਹਿਮਾ ਨਹੀਂ ਬਣ ਰਹੀ, ਨਾ ਮਹਿਮਾ ਬਣਨੇ ਕਰਕੇ ਤੁਸੀਂ ਗੁਰਬਾਣੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਖਾਉਣੇ ਐ। ਤੁਹਾਡੀ ਸ਼ਰਧਾ ਵੀ ਇਹ ਨੇਸ਼ਟਾ ਨਹੀਂ ਗਈ, ਸ਼ਰਧਾ ਹੈ। ਉਹਨਾਂ ਦੀ ਸ਼ਰਧਾ ਵੀ ਨਹੀਂ ਤੇ ਨੇਸ਼ਟਤਾ ਹੋਣੀ ਕੀ ਹੈ। ਉਦਮ ਕਰੋ, ਜੈਸਾ ਗੁਰਬਾਣੀ ਉਪਦੇਸ਼ ਕਰਦੀ ਹੈ ਉਸਾ ਸੁਣਾਓ। ਤਾਂ ਗੁਰਬਾਣੀ ਇੱਕ ਉਹ ਚੀਜ਼ ਦਾ ਪ੍ਰਤੀਪਾਦਨ ਕਰਦੀ ਹੈ ਕਿ ਜਿਹੜੀ ਸੂਤਰ ਆਤਮਾ ਕੀ ਹੈ ਕਿ ਜਿਹਦੇ ਵਿੱਚ ਚਾਰ ਖਾਣੀ ਦਾ ਜਗਤ ਮਣਕਿਆਂ ਵਾਂਗੂ ਪਰੋਇਆ ਹੋਇਆ, ਉਸੇ 'ਚ ਮਨੁੱਖ ਪਰੋਏ ਆ, ਉਸੇ 'ਚ ਪਸ਼ੂ ਪੰਛੀ ਪਰੋਏ ਆ, ਉਸੇ 'ਚ ਕਿਰਮ ਤੋਂ ਲੈ ਕੇ ਸਭ ਕੁਝ ਜਿਸ ਦੇ ਵਿੱਚ ਸਤਾ ਦੇ ਵਿੱਚ ਪਰੋਇਆ ਹੋਇਆ। ਗੁਰਬਾਣੀ ਤੁਹਾਨੂੰ ਉਸ ਸਤਾ ਦਾ ਸਾਖਸ਼ਾਤ ਕਰਾ ਸਕਦੀ ਹੈ।